ਕਾਂਡ 16ਵਾਂ। ਫਿਰ ਬੱਦਲਾਂ ਦੇ ਗਲ ਦੀਆਂ ਟੱਲੀਆਂ ਤੇ ਡੰਗਰਾਂ ਦੇ ਗਲਾਂ ਦੀਆਂ ਟੱਲੀਆਂ ਦੀ ਟੁਣਕਾਰ ਵਿਚਲਾ ਫਰਕ ਸੁਣਨ ਲੱਗਾ। ਸ਼ਾਇਦ ਤਲਵੰਡੀ ਨੇੜੇ ਆ ਰਿਹਾ ਸੀ। ਸੂਰਜ ਚੜ੍ਹਿਆ, ਚਾਨਣ ਨੇ ਰੰਗ ਬਦਲੇ। ਦੂਰ ਤੱਕ ਤਲਵੰਡੀ ਦੇ ਖੇਤਾਂ ਦੇ ਵਿਛਾਉਣੇ ਦਿਸਣ ਲੱਗੇ। ਹਾੜੀ ਵੱਡੀ ਹੋ ਰਹੀ ਸੀ। ਸਰੋਂ ਦੇ ਖੇਤਾਂ ਦੀਆਂ ਪੀਲੀਆਂ ਪੰਖੜੀਆਂ ਨਾਲ ਲਿਬੜੀਆਂ ਤਿਤਲੀਆਂ ਜਾਗ ਪਈਆਂ ਸਨ। ਗੰਦਲਾਂ ਉੱਤੇ ਟਿਕੀਆਂ ਓਸ ਦੀਆਂ ਬੂੰਦਾਂ ਥਿੰਦੀਆਂ ਹੋ ਥੱਲੇ ਵੱਲ ਖਿਸਕ ਰਹੀਆਂ ਸਨ। ਮਰਦਾਨੇ ਨੇ ਤਲਵੰਡੀ ਲਈ ਕੁਝ ਕਹਿਣਾ ਚਾਹਿਆ। ਪਹਿਲਾਂ ਅਸਮਾਨ ਦਾ ਤਾਜ਼ਾ ਅਸਮਾਨੀ ਰੰਗ ਵੇਖਿਆ। ਇਲਾਕਾਈ ਪੰਛੀਆਂ ਦੇ ਕੁਦਰਤੀ ਗੀਤ ਸੁਣੇ। ਉਸ ਨਾਲ ਗਿੱਲੀਆਂ ਹੋਈਆਂ ਪੁਰਾਣੀਆਂ ਪੈੜਾਂ ਵੇਖੀਆਂ। ਜੀ ਕੀਤਾ ਇਸ ਤਰ੍ਹਾਂ ਹੀ ਭਰੇ ਭਰਾਵੇ ਜੀ ਕੀਤਾ ਇਸ ਤਰ੍ਹਾਂ ਹੀ ਭਰੇ ਭਰਾਏ ਦੋਵੇਂ ਪਿੰਡ ਅੰਦਰ ਚਲੇ ਜਾਣ। ਕੁਝ ਕਹਿਣਾ ਕਿਤੇ ਕੁਝ ਰੋਕ ਹੀ ਨਾ ਦੇਵੇ। ਹੁਣ ਉਹ ਬਾਬੇ ਦੇ ਖੇਤਾਂ ਵਿਚਲੀ ਪਹੀ ਵਿੱਚੋਂ ਲੰਘ ਰਹੇ ਸਨ। ਦੋਵੇਂ ਪਾਸੇ ਮਹਿਤਾ ਕਾਲੂ ਦੇ ਖੇਤ ਸਨ। ਇੱਕ ਫਕੀਰੀ ਤਲਵੰਡੀ ਦੀ ਮਿੱਟੀ ਦੇ ਸੁਆਸਾਂ ਵਿੱਚ ਸਾਹ ਲੈਂਦੀ ਜਾਪੀ। ਅੱਗੇ ਦੂਰ ਤੱਕ ਰਾਏ ਬੁਲਾਰ ਦੇ ਖੇਤਾਂ ਦੀ ਝਲਕ ਸੀ। ਪਹਿਲਾਂ ਅੰਮੀ ਕੋਲ ਜਾਵੀਂ। ਬਾਬੇ ਦੀ ਆਵਾਜ਼ ਨਾਲ ਚੰਦਰਭਾਨ ਸੰਧੂ ਦਾ ਖੂਹ ਦਿਸਿਆ। ਨਹੀਂ ਤਾਂ ਮਸਤੀ ਵਿੱਚ ਉਹਨੇ ਕੋਲੋਂ ਲੰਘ ਜਾਣਾ ਸੀ। ਉਹ ਹਾਲੇ ਸੋਚ ਹੀ ਰਿਹਾ ਸੀ। ਬਾਬੇ ਨੇ ਖੂਹ ਕੋਲ ਪੰਡੋਕਲੀ ਤੇ ਕਾਸਾ ਰੱਖ ਵੀ ਦਿੱਤੇ ਸਨ। ਬੈਠਣ ਤੋਂ ਪਹਿਲਾਂ ਮਰਦਾਨੇ ਨੇ ਪੁੱਛਿਆ, ਬਾਬਾ ਇਕੱਲਿਆਂ ਹੀ? ਹਲਕੀ ਜਿਹੀ ਮੁਸਕਾਨ ਨਾਲ ਉਹਨੇ ਬਾਬੇ ਦਾ 2 ਵਾਰ ਸਿਰ ਹਿੱਲਦਾ ਵੇਖਿਆ। ਠੰਡੀ ਠਾਰ ਸਵੇਰ ਦੀ ਲੰਬੀ ਤੋਰ ਨੇ ਬਾਬੇ ਦੇ ਮੱਥੇ ਉੱਤੇ ਹਲਕੀ ਹਲਕੀ ਪਸੀਨੇ ਦੀ ਪਰਤ ਚੜ੍ਹਾ ਦਿੱਤੀ ਸੀ। ਘਰ ਲਿਜਾਣ ਲਈ ਤਾਂ ਕੁਝ ਵੀ ਨਹੀਂ ਸੀ। ਮਰਦਾਨੇ ਨੇ ਗਲ ਵਾਲੇ ਹਰੇ ਸਾਫੇ ਨੂੰ ਥੋੜ੍ਹਾ ਅੱਗੇ ਪਿੱਛੇ ਕੀਤਾ। 4 ਕਦਮ ਅੱਗੇ ਪੁੱਟ ਇੱਕ ਵਾਰ ਫਿਰ ਪਿੱਛੇ ਵੱਲ ਵੇਖਿਆ। ਪਲ ਪਲ ਵਿੱਚ ਸੁਤੰਤਰਤਾ ਲਈ ਤੁਰਦੇ ਕਦਮ ਕੁਝ ਦੇਰ ਲਈ ਰੁਕ ਗਏ ਸਨ। ਅਗਲੇ ਕਦਮਾਂ ਨਾਲ ਉਹਨੂੰ ਤਲਵੰਡੀ ਆਪਣੀ ਅਸਲ ਦੂਰੀ ਤੇ ਦਿਸੀ। ਉਹਨੂੰ ਪਤਾ ਸੀ ਤਲਵੰਡੀ ਵਿੱਚ ਸਵਾਲ ਜਿਉਂ ਦੇ ਤਿਉਂ ਉਹਦੇ ਸਾਹਮਣੇ ਦੁਹਰਾਏ ਜਾਣਗੇ। ਇੱਕ ਅਤੀਤ ਤੋਂ ਦੂਜੇ ਅਤੀਤ ਵੱਲ ਜਾਂਦੀ ਨਜ਼ਰ ਵਿੱਚ ਜੇ ਉਹ ਕੁਝ ਦੇਰ ਲਈ ਰੁਕ ਜਾਵੇ ਤਾਂ ਸਾਹਸ ਭਰਿਆ ਜਾ ਸਕਦਾ ਸੀ। ਉਹਨੇ ਇੱਕ ਵਾਰ ਫਿਰ ਪਿੱਛੇ ਮੁੜ ਕੇ ਵੇਖਿਆ। ਬਾਬਾ ਤਾਂ ਕਾਰਨਾਂ ਵਿੱਚ ਵੀ ਆਰਾਮ ਕਰ ਰਿਹਾ ਸੀ। ਇਸ ਤੋਂ ਬਾਅਦ ਪਿੱਛੇ ਮੁੜ ਕੇ ਵੇਖਣ ਦਾ ਕੋਈ ਫਾਇਦਾ ਵੀ ਨਹੀਂ ਸੀ। ਅੱਗੇ ਪਿੰਡ ਸ਼ੁਰੂ ਹੋ ਰਿਹਾ ਸੀ। ਕਾਸੇ 'ਚੋਂ ਰਾਤ ਦੇ ਗਜਾ ਕੀਤੇ ਭੋਜਨਾਂ ਦੀ ਖੁਸ਼ਬੂ ਆਈ, ਪਰ ਸੱਜਰੇ ਗੁੰਨੇ ਆਟੇ ਦੀ ਖਮੀਰੀ ਮਹਿਕ ਨੇ ਉਹਨੂੰ ਰੋਕ ਦਿੱਤਾ। ਚਗਾਠਾਂ ਉੱਤੇ ਬਣੇ ਮੂਰਤੀਆਂ ਦੇ ਜਾਣੇ ਪਛਾਣੇ ਮੜੰਗੇ ਦਿਸਣ ਲੱਗੇ। ਸਵੇਰੇ ਸਵੇਰੇ ਲੋਕ ਹਾਲੇ ਘਰਾਂ ਤੋਂ ਨਹੀਂ ਸੀ ਨਿਕਲੇ। ਫਿਰ ਵੀ ਕਦੇ ਵੀ ਕਿਸੇ ਵੀ ਪ੍ਰਸ਼ਨ ਦਾ ਆਰੰਭ ਹੋ ਸਕਦਾ ਸੀ। ਸਫ਼ਰਾਂ ਦੀਆਂ ਯਾਦਾਂ ਬਾਰੇ ਅੰਮੀ ਦੇ ਡਰ ਡਰ ਕੇ ਕੀਤੇ ਸਵਾਲ ਲਲਾਰੀਆਂ ਦੀ ਗਲੀ ਵਾਂਗ ਡੱਬ ਖੜੱਬੇ ਹੋ ਰਹੇ ਸਨ। ਸਾਹਮਣੇ ਪਿੰਡ ਦੇ ਟੋਭੇ ਵਿੱਚ ਦੁੱਧ ਵਧਾਉਂਦੀ ਤੀਵੀਂ ਵੱਲ ਵੇਖਿਆ। ਕੰਢੇ ਉੱਤੇ ਖੜੇ ਬਰੋਟੇ ਦੇ ਸਿਰ ਉੱਤੋਂ ਟਾਹਲਿਆਂ ਉੱਪਰੋਂ ਧਰਤੀ ਵੱਲ ਉਤਰਦੀਆਂ ਜੜ੍ਹਾਂ ਹੋਰ ਸੰਘਣੀਆਂ ਦਿਸੀਆਂ। ਦੁੱਧ ਵਧਾ ਕੇ ਉਸ ਤੀਵੀਂ ਨੇ ਮਰਦਾਨੇ ਵੱਲ ਧਿਆਨ ਨਾਲ ਵੇਖਿਆ। ਇਹ ਉਹੀ ਥਾਵਾਂ ਸਨ ਜਿੱਥੇ ਦੌਲਤਾ ਮਾਸੀ ਨੇ ਅਨੇਕਾਂ ਵਾਰ ਪੁੱਛਿਆ ਸੀ, ਭਾਈ ਕਿਸੇ ਨੇ ਨਾਨਕ ਦਾ ਨਹੀਂ ਵੇਖਿਆ? ਫਿਰ ਮੰਦਰ ਤੇ ਮਸੀਤ ਸਾਹਮਣੇ ਆਪਣਾ ਖੂਹ ਦਿਸਿਆ। ਆਪਣੇ ਘਰ ਦੀ ਦੇਹਲੀ ਉੱਪਰ ਅੱਧ ਖੁੱਲ੍ਹੇ ਬੂਹੇ ਦਾ ਪਰਛਾਵਾਂ ਵੇਖਿਆ। ਜਦੋਂ ਮਰਦਾਨੇ ਨੇ ਘਰ ਅੰਦਰ ਵੇਖਿਆ ਤਾਂ ਅੰਮੀ ਦੀ ਪਿੱਠ ਗਲੀ ਵੱਲ ਸੀ। ਉਹਦੀ ਪਿੱਠ ਪਿੱਛੇ ਅੱਬਾ ਦਾ ਦੈਂਗੜਾ ਪਿਆ ਸੀ, ਜਿਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਕਿਤੇ ਨੇੜੇ ਤੇੜੇ ਹੀ ਹੈ। ਜਦੋਂ ਤੱਕ ਉਹ ਅੰਮੀ ਦੇ ਬਿਲਕੁਲ ਅੱਗੇ ਨਹੀਂ ਗਿਆ, ਉਹ ਅੰਮੀ ਦੇ ਨਜ਼ਰੀ ਨਹੀਂ ਪਿਆ। ਉਹਨੇ ਝੁਕ ਕੇ ਅੰਮੀ ਦੇ ਦੋਵੇਂ ਹੱਥ ਸਿਰ ਉੱਤੇ ਕੀਤੇ। ਅਚਾਨਕ ਮਿਲੀ ਖੁਸ਼ੀ ਤੋਂ ਉਹ ਉੱਠ ਨਾ ਸਕੀ। ਰਬਾਬ ਦੇ ਪਿੱਛਿਓਂ ਹੱਥ ਘੁਮਾ ਕੇ ਉਹਨੇ
ਆਪਣੀ ਮਰਜ਼ੀ ਨਾਲ ਸਿਰ ਪਲੋਸਿਆ। ਸਾਜ਼ ਨੂੰ ਸਾਜ਼ ਕੋਲ ਟੰਗ ਦੇ। ਅੰਮੀ ਖੜੀ ਹੋ ਗਈ ਸੀ। ਸਭ ਪੁਰਾਣੇ ਸਾਜ਼ ਪੁਰਾਣੀ ਜਗ੍ਹਾ ਟੰਗੇ ਸਨ। ਪਹਿਲੀ ਵਾਰ ਬੇਗਮ ਨਾਲ ਨਜ਼ਰ ਮਿਲੀ। ਉਹਦੀਆਂ ਭੂਰੀਆਂ ਅੱਖਾਂ ਵਿਚਲੀ ਮਿੱਟੀ ਰੰਗੀ ਪੁਤਲੀ ਸਿੱਲ ਨਾਲ ਹਲਕੀ ਹਲਕੀ ਗੁਲਾਬੀ ਹੋ ਗਈ ਸੀ। ਉਹਨੇ 2 ਵਾਰ ਅੱਖਾਂ ਘੁੱਟ ਕੇ ਪਾਣੀ ਬਾਹਰ ਕੱਢਿਆ। ਸ਼ਾਇਦ ਕੁਝ ਸਪਸ਼ਟ ਨਜ਼ਰ ਨਹੀਂ ਸੀ ਆ ਰਿਹਾ। ਉਹ ਕੰਬਦੇ ਪੈਰਾਂ ਨੂੰ ਸੰਭਾਲਦੀ ਹੋਰ ਨੇੜੇ ਆਈ। ਸ਼ੁਕਰ ਏ ਮਰਾਸਣ ਦਾ ਘਰ ਵੀ ਯਾਦ ਆਇਆ। ਪੀਰਾਂ ਫਕੀਰਾਂ ਨਾਲ ਰਹਿ ਕੇ ਆਪਣਿਆਂ ਦੇ ਦੁੱਖ ਕਾਹਨੂੰ ਯਾਦ ਰਹਿੰਦੇ ਨੇ। ਉਹਨੇ ਮਰਦਾਨੇ ਨੂੰ ਸਾਜਿਦ ਤੇ ਵਾਜਿਦ ਨੂੰ ਗਲਵੱਕੜੀ ਵਿੱਚ ਲੈਂਦਿਆਂ ਵੇਖ ਕੇ ਗੱਲ ਜਾਰੀ ਰੱਖੀ। ਤਲਵੰਡੀ ਦਾ ਤੇਰੇ ਲਈ ਚਸਕਾ ਏ, ਜਦ ਕਦੇ ਜੀ ਕਰਿਆ ਘੁੰਮ ਗਿਆ। ਇੱਕ ਵਾਰ ਉਹਦਾ ਜੀ ਕੀਤਾ ਹੁਣੇ ਮੁੜ ਜਾਵਾਂ। ਦੂਰੋਂ ਜਿੰਨਾ ਆਸਾਨ ਤਲਵੰਡੀ ਵੱਲ ਆਉਣਾ ਲੱਗਦਾ ਏ, ਓਨਾ ਇਹਦੇ ਅੰਦਰ ਆ ਕੇ ਨਹੀਂ ਜਾਪਦਾ। ਫਿਰ ਅੰਮੀ ਦਾ ਹੱਥ ਮੋਢੇ ਉੱਤੇ ਆ ਟਿਕਿਆ। ਤੇਰੇ ਪਿੱਛੋਂ ਭੈਰੋਂ ਆਣੇ ਵਾਲਾ ਇੰਦਰਸੈਨ ਆਇਆ ਸੀ। ਮੱਲੋ ਮੱਲੀ ਸਾਰੇ ਪੁਰਾਣੇ ਸਾਜ਼ਾਂ ਨੂੰ ਸੁਰ ਵਿੱਚ ਕਰ ਗਿਆ। ਮਰਦਾਨੇ ਨੇ ਮਾਂ ਵੱਲ ਵੇਖਿਆ। ਅਜਿਹੇ ਵੇਲੇ ਅਜਿਹੇ ਹੀ ਸਾਥ ਦੀ ਜ਼ਰੂਰਤ ਸੀ। ਛੋਟਾ ਵਿਹੜਾ ਬੱਚਿਆਂ ਨਾਲ ਭਰ ਗਿਆ ਸੀ। ਸਭ ਕਹਿ ਰਹੇ ਸਨ, ਅਸੀਂ ਸਾਜਦ ਵਾਜਦ ਦੇ ਅੱਬਾ ਨੂੰ ਵੇਖਣਾ। ਹੁਣ ਅੰਮੀ ਨਾਲ ਥੋੜੀ ਬੇਗਮ ਵੀ ਖੁਸ਼ ਨਜ਼ਰ ਆਈ। ਪਾਣੀ ਪੀ ਕੇ ਜਦੋਂ ਉਹ ਫਿਰ ਅੰਮੀ ਕੋਲ ਬੈਠਿਆ ਤਾਂ ਅੰਮੀ ਨੇ ਫਿਰ ਗੱਲ ਤੋਰ ਲਈ। ਮੈਨੂੰ ਆਪਣੇ ਅਖੀਰ ਨਾਲ ਬਹੁਤ ਮੋਹ ਹੋ ਗਿਆ ਪੁੱਤ, ਜਦੋਂ ਦਾ ਤੂੰ ਘਰ ਛੱਡਿਆ। ਅੰਮੀ ਮੈਂ ਤੈਨੂੰ ਕਿੱਥੇ ਛੱਡਿਆ। ਥੋੜਾ ਗਰਜੀ ਬਣ ਜਾ ਪੁੱਤ, ਸਭ ਕੁਝ ਤੋੜ ਕੇ ਨਹੀਂ ਸਰਦਾ। ਕੀਲੇ ਤੇ ਟੰਗੇ ਚੋਗੇ ਦੀ ਵੱਖੀ ਵਾਲੀ ਜੇਬ ਵਿੱਚ ਹੱਥ ਪਾਉਂਦੀ ਬੇਗਮ ਨੇ ਜਦੋਂ ਮਿਜ਼ਰਾਬ ਹੱਥ ਵਿੱਚ ਆਇਆ, ਉਹਨੇ ਟੋਹ ਕੇ ਉੱਥੇ ਹੀ ਛੱਡ ਦਿੱਤਾ। ਉਹ ਥੋੜਾ ਮੁਸਕਰਾਈ। ਅੰਮੀ ਨੇ ਵੀ ਵੇਖ ਲਿਆ ਸੀ। ਪੁੱਤ ਤੇਰੇ ਕੋਲ ਔੜਕ ਲਈ ਇਹੋ ਕੱਪੜੇ ਨੇ। ਨਹੀਂ ਅੰਮੀ, ਲਾਲੋ ਦੇ ਘਰ ਪਏ ਨੇ। ਲਾਗਦੇ ਘਰੋਂ ਠੱਕ ਠੱਕ ਚੀਂ ਚੀਂ ਕਰਦੇ ਦਰਵਾਜ਼ਿਆਂ ਦੀਆਂ ਆਵਾਜ਼ਾਂ ਪਹਿਲਾਂ ਨਾਲੋਂ ਜ਼ਿਆਦਾ ਆ ਰਹੀਆਂ ਸਨ। ਕਈ ਵਾਰ ਤਾਂ ਕਿਸੇ ਲੰਬੀ ਚੀਖ ਵਰਗੀ ਆਵਾਜ਼ ਸੁਣਦੀ। ਝੜੀ ਲੱਗੀ ਸੀ ਕਈ ਦਿਨਾਂ ਤੋਂ। ਜ਼ਿਆਦਾ ਘਰਾਂ ਦੇ ਦਰਵਾਜ਼ੇ ਪੂਰੇ ਨਹੀਂ ਭਿੜਦੇ। ਕੁਝ ਦੇਰ ਉਹ ਮਰਦਾਨੇ ਵੱਲ ਇੱਕ ਟੱਕ ਵੇਖਦੀ ਰਹੀ। ਨਾਨਕ ਵੀ ਆਇਆ ਏ ਤੇਰੇ ਨਾਲ। ਪਰ ਇਸ ਨਾਂ ਨਾਲ ਤਾਂ ਮਰਦਾਨੇ ਦਾ ਜਾਣਾ ਜੁੜਿਆ ਸੀ। ਉਹ ਪੁੱਛਣੋਂ ਰੁਕ ਗਈ। ਬਾਹਰ ਦੇਹਲੀ ਉੱਤੇ ਭਗਵਿਆਂ ਵਿੱਚ ਕੋਈ ਸਾਧੂ ਵਾਰ-ਵਾਰ ਪੱਕੇ ਅੰਨ ਦੀ ਮੰਗ ਕਰ ਰਿਹਾ ਸੀ। ਉਹਦੇ ਖੜੇ ਰਹਿਣ ਦੀ ਜਿੱਦ ਤੇ ਰੱਖੀ ਨੇ ਬਾਂਹ ਕੱਢ ਕੇ ਕਿਹਾ, ਜਾ, ਸਾਡੇ ਪਹਿਲਾਂ ਹੀ ਹੈਗਾ। ਇਸ ਵਾਰੀ ਉਹਨੇ ਕਿਸੇ ਵੱਲ ਨਹੀਂ ਵੇਖਿਆ। ਵਿਹੜੇ ਵਿੱਚ ਖੇਡਦੇ ਬੱਚੇ ਸਾਜਦ ਵਾਜਦ ਦੇ ਅੱਬਾ ਨੂੰ ਪਛਾਣ ਮੌਜ ਮਸਤੀ ਕਰਨ ਲੱਗੇ। ਦਰ ਤੇ ਖੜੇ ਸਾਧੂ ਦੀ ਜਿੱਦ ਤੇ ਰੱਖੀ ਹੋਰ ਤਲਖ ਹੋਈ। ਤੁਹਾਨੂੰ ਸਾਧੋ ਹਰ ਚੀਜ਼ ਆਸਾਨ ਦਿਸਦੀ ਏ, ਤਾਂ ਹੀ ਮੰਗਣਾ ਔਖਾ ਨਹੀਂ ਲੱਗਦਾ। ਮਰਦਾਨੇ ਨੇ ਹਰੇ ਰੰਗ ਦੇ ਚੋਗੇ ਉੱਪਰ ਮਹਿੰਦੀ ਰੰਗੀ ਚਾਦਰ ਦੀ ਬੁੱਕਲ ਮਾਰੀ। ਅੰਮੀ ਨੇ ਗਲ ਵਿੱਚ ਮਾਲਾ ਦੇ ਮਣਕਿਆਂ ਦੇ ਖੜਕਣ ਦੀ ਆਵਾਜ਼ ਵਿੱਚੋਂ ਕੁਝ ਤਲਾਸ਼ਣ ਦੀ ਕੋਸ਼ਿਸ਼ ਕੀਤੀ। ਪੁੱਤ ਨਾਨਕ ਦੇ ਘਰ ਦੱਸਣ ਚੱਲਿਆ। ਹਾਂ ਅੰਮੀ। ਜਾ ਦੇ ਆ ਮਾਂ ਨੂੰ ਦਲਾਸਾ। ਨਾਲੇ ਉਹ ਬਗਾਨੀ ਦਾ ਧੀਰ ਧਰਿਆ ਜਾਊ। ਕਿੰਨੇ ਸੋਹਣੇ ਬੱਚੇ ਨੇ ਬਲੂੰਗੜੇ ਜੇ। ਚਲੋ ਹੁਣ ਤਾਂ ਪਲ ਗਏ। ਐਵੇਂ ਤਾਂ ਨਹੀਂ ਫਕੀਰ ਬਣਨ ਤੇ ਮਾਵਾਂ ਦੇ ਕਾਲਜੇ ਬੈਠਦੇ। ਉਹਨੇ ਅੰਮੀ ਦੀਆਂ ਅੱਖਾਂ ਚੋਂ ਤ੍ਰਿਪ ਤ੍ਰਿਪ ਚੋਂਦੇ ਅਥਰੂ ਵੇਖੇ। ਭਰੇ ਵਿਹੜੇ ਵਿੱਚ ਬੱਚੇ ਉੱਚੀ ਉੱਚੀ ਰੌਲਾ ਪਾ ਰਹੇ ਸਨ। ਇਹ ਸਾਜਦ ਵਾਜਦ ਦੇ ਅੱਬਾ ਦੀ ਪਛਾਣ ਤੋਂ ਬਾਅਦ ਦਾ ਜਸ਼ਨ ਸੀ। ਜੀ ਤਾਂ ਕੀਤਾ ਪਹਿਲਾਂ ਸਿਆਮੇ ਪੰਡਤ ਦੇ ਘਰ ਜਾ ਕੇ ਪੁੱਛਾਂ, ਤੂੰ ਮੂਲੇ ਪਟਵਾਰੀ ਨਾਲ ਕਿਉਂ ਤੁਰਿਆ।
ਪਰ ਘਰੋਂ ਨਿਕਲਦੇ ਵਕਤ ਬੇਗਮ ਦੇ ਕਹੇ ਲਫ਼ਜ਼ ਜਿਹੜੇ ਕਿਸੇ ਮਗਰ ਨਹੀਂ ਤੁਰੇ, ਤੂੰ ਉਹਨਾਂ ਪਿੱਛੇ ਕਿਉਂ ਤੁਰਿਆ? ਅਜਿਹੇ ਲਫ਼ਜ਼ਾਂ ਤੋਂ ਸੰਭਲਣ ਲਈ ਘੱਟੋ ਘੱਟ ਤਲਵੰਡੀ ਵਿੱਚ ਤਾਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਮਸੀਤ ਅੱਗੇ ਭੰਗ ਪੀਂਦੇ ਭੰਗੀ ਦੀ ਆਵਾਜ਼ ਸੁਣੀ। ਤੂੰ ਤਾਂ ਭੁੱਲ ਹੀ ਗਿਆ ਮਰਦਾਨਿਆ, ਅੱਗੇ ਕਦੇ ਕਬੀਰ ਫਰੀਦ ਦੇ ਪਦ ਸੁਣ ਲੈਂਦੇ ਸੀ, ਹੁਣ ਉਹ ਗਾਉਣ ਵੀ ਸੁਣਨੋਂ ਗਿਆ। ਤੈਨੂੰ ਕਿਵੇਂ ਭੁੱਲ ਸਕਦਾ ਮੈਂ? ਉਹੀ ਗੱਲ ਹੋਈ, ਜਿੰਨੀ ਦੂਰ ਚੰਦ ਓਨਾ ਲੰਬਾ ਪਰਛਾਵਾਂ। ਲੰਬਾ ਸੂਟਾ ਭਰ ਕੇ ਉਹ ਮੁੜ ਕੇ ਕੁਝ ਨਹੀਂ ਬੋਲਿਆ। ਸਿਆਮੇ ਪੰਡਿਤ ਦਾ ਘਰ, ਰੁਕਮਦੀਨ ਦੀ ਡਿਓੜੀ ਤੇ ਰਾਏ ਬੁਲਾਰ ਦੀ ਹਵੇਲੀ ਸਭ ਲੰਘ ਗਏ ਸਨ। ਵਿਹੜੇ ਵਿੱਚ ਸੁਲੱਖਣੀ ਸ੍ਰੀ ਚੰਦ ਦੇ ਮੀਡੀਆਂ ਕਰਦੀ ਦੀ ਸੀ। ਅਜਿਹਾ ਹੀ ਵੇਲਾ ਔਖਾ ਲੱਗਦਾ ਜਦੋਂ ਘਰ ਅੰਦਰ ਉਡੀਕ ਦੇ ਚਿਹਰਿਆਂ ਦੀ ਇਕਾਗਰਤਾ ਉੱਤੇ ਥੱਕੀਆਂ ਥੱਕੀਆਂ ਨਜ਼ਰਾਂ ਪਾਸਾ ਵੱਟਦੀਆਂ ਦਿਸਦੀਆਂ ਨੇ। ਅੱਜ ਉਹਨੇ ਸੁਲੱਖਣੀ ਦੇ ਚਿਹਰੇ ਉੱਤੇ ਇੱਕ ਸਹਿਮ ਵੀ ਵੇਖਿਆ। ਸ਼ਾਇਦ ਉਸ ਦਿਨ ਦੇ ਅਪਮਾਨ ਲਈ ਗੁਰੂ ਚੇਲਾ ਇਕੱਠੇ ਹੀ ਆਏ ਹੋਣ। ਮੁੱਲਾ ਤੇ ਚੰਦੋ ਨੇ ਪੱਖੋਂ ਕੀ ਨੇੜੇ ਕੀਰਤਨ ਵੇਲੇ ਜੋ ਬੇਇੱਜ਼ਤੀ ਕੀਤੀ ਸੀ, ਆਉਂਦੀ ਹੋਈ ਸੁਲੱਖਣੀ ਵੀ ਆਪਣੇ ਮਾਂ-ਬਾਪ ਦੀ ਹਮਾਇਤ ਕਰ ਆਈ ਸੀ। ਪਰ ਮਰਦਾਨੇ ਨੇ ਝੁਕ ਕੇ ਪ੍ਰਣਾਮ ਕੀਤਾ। ਅੱਜ ਪਹਿਲੀ ਵਾਰ ਹੋਇਆ ਕਿ ਮਾਤਾ ਤ੍ਰਿਪਤਾ ਦੇ ਪੈਰੀ ਹੱਥ ਲਾਉਣ ਤੋਂ ਪਹਿਲਾਂ ਉਹਨੇ ਇੱਕ ਵੀ ਲਫ਼ਜ਼ ਨਹੀਂ ਸੁਣਿਆ। ਉਹਨੇ ਸਿੱਧਾ ਹੋ ਕੇ ਇੱਕ ਵਾਰ ਫਿਰ ਝੁਕ ਕੇ ਪ੍ਰਣਾਮ ਕੀਤਾ। ਇਕੱਲਾ ਤਾਂ ਨਹੀਂ ਆਇਆ? ਨਹੀਂ ਮਾਤਾ। ਕੀ ਨਹੀਂ ਦੱਸਣਾ, ਉਹ ਭੁੱਲ ਗਿਆ ਸੀ। ਮਾਵਾਂ ਨੂੰ ਕਿਤੇ ਇਸ ਤਰ੍ਹਾਂ ਸੁਨੇਹੇ ਦੇਈਦੇ ਨੇ ਮਰਦਾਨਿਆਂ? ਠੀਕ ਕਿਹਾ ਮਾਤਾ। ਗਲੀ ਵਿੱਚੋਂ ਜਦ ਵੀ ਕੋਈ ਸਾਧੂ ਲੰਘਦਾ, ਜਾਪਦਾ ਨਾਨਕ ਆ ਗਿਆ। ਸਭ ਫਕੀਰਾਂ ਵਿੱਚ ਚੰਦਰੇ ਨੇ ਆਪਣੇ ਭੁਲੇਖੇ ਪਾ ਦਿੱਤੇ ਨੇ। ਮਰਦਾਨੇ ਨੂੰ ਜਾਪਿਆ ਉਹਨੂੰ ਕੁਝ ਪਲਾਂ ਲਈ ਕੀ ਹੋ ਗਿਆ ਸੀ। ਜੋ ਸੋਚਿਆ ਸੀ ਉਸ ਤਰ੍ਹਾਂ ਤਾਂ ਇੱਕ ਵੀ ਉੱਤਰ ਨਹੀਂ ਸੀ ਦਿੱਤਾ। ਇਹ ਗੁਰੂ ਤੇ ਮਾਂ ਵਿੱਚ ਕੀ ਵਖਰੇਵਾਂ ਏ? ਕਦੇ ਕਦੇ ਬਹੁਤ ਨੇੜੇ ਜਾਪਦੇ ਨੇ, ਕਦੇ ਕਦੇ ਦੂਜੇ ਕੋਲੋਂ ਦਿਸਦੇ ਵੀ ਨਹੀਂ। ਜਦੋਂ ਮਰਦਾਨਾ ਵਾਪਸ ਬਾਲੇ ਦੇ ਖੂਹ ਉੱਤੇ ਪੁੱਜਿਆ, ਉਦੋਂ ਤੱਕ ਗੁੱਸੇ ਵਿੱਚ ਗੁਫਾਵਾਂ ਬਣਦੇ ਮੂੰਹ ਸਧਾਰਨ ਹਾਲਤ ਵਿੱਚ ਆ ਗਏ ਸਨ। ਮਾਤਾ ਤ੍ਰਿਪਤਾ ਤੇ ਸੁਲੱਖਣੀ ਖੂਹ ਦੀ ਮਣ ਨਾਲ ਢੋ ਲਾ ਕੇ ਬੈਠੀਆਂ ਸਨ। ਪਿਤਾ ਕਾਲੂ ਤੇ ਚਾਚਾ ਲਾਲੂ ਥੋੜਾ ਪਿੱਛੇ ਹਟਦੇ ਤੇ ਕੁਝ ਯਾਦ ਕਰਦੇ, ਫਿਰ ਉਹਦੇ ਕੋਲ ਜਾ ਕੇ ਗੱਲ ਸ਼ੁਰੂ ਕਰਦੇ। ਜੇ ਮੋਦੀਖਾਨੇ ਵਿੱਚ ਜਾ ਕੇ ਫਕੀਰ ਹੀ ਬਣ ਕੇ ਨਿਕਲਣਾ ਸੀ, ਫਿਰ ਗਿਆ ਹੀ ਕਿਉਂ ਸੀ ਸੁਲਤਾਨਪੁਰ? ਚਾਚੇ ਦੀ ਤਲਖ ਆਵਾਜ਼ ਸੁਣੀ। ਕਦੇ ਕਦੇ ਨਾਨਕ ਆਪਣੇ ਆਪ ਨੂੰ ਛੂੰਹਦਾ, ਜਿਵੇਂ ਫਲਾਂ ਲੱਦਿਆ ਕੋਈ ਦਰਖਤ ਪੱਕੇ ਫਲ ਟੋ ਟੋ ਵਿਦਾ ਕਰ ਰਿਹਾ ਹੋਵੇ। ਉਹਦੇ ਸਾਦੇ ਬੋਲਾਂ ਦੀ ਮਿਠਾਸ ਸੁਣ ਕੇ ਉਹ ਦੁਬਾਰਾ ਗੁੱਸੇ ਹੋਣ ਦੀ ਕੋਸ਼ਿਸ਼ ਕਰਦੇ, ਪਰ ਅਜਿਹਾ ਕਰਦੇ ਕਰਦੇ ਉਹ ਥੱਕ ਚੁੱਕੇ ਸਨ। ਜਦੋਂ ਉਹ ਸਭ ਨਾਨਕ ਨੂੰ ਇਕੱਲਾ ਛੱਡ ਕੇ ਤੁਰੇ, ਮਰਦਾਨੇ ਦਾ ਮਨ ਭਰ ਆਇਆ। ਇਸ ਤਰ੍ਹਾਂ ਵੱਡੇ ਵਡੇਰਿਆਂ ਦਾ ਹਾਰ ਕੇ ਜਾਣਾ ਅੰਦਰ ਇੱਕ ਖੋਹ ਜਿਹੀ ਲਾ ਰਿਹਾ ਸੀ। ਚਲੋ ਰਾਏ ਬੁਲਾਰ ਕੋਲ ਚੱਲਦੇ ਆਂ, ਉਹਦੀ ਤਾਂ ਮੰਨੇਗਾ ਹੀ। ਚਾਚੇ ਨੇ ਘੋੜੀ ਦੀ ਲਗਾਮ ਵੱਡੇ ਭਾਈ ਨੂੰ ਫੜਾ ਦਿੱਤੀ। ਪਿਤਾ ਕੁਝ ਜ਼ਿਆਦਾ ਹੀ ਸੋਗ ਵਿੱਚ ਆ ਗਿਆ ਸੀ। ਰਾਏ ਜੀ ਇੱਕ ਪੈਰ ਗੱਲਾਂ ਕਰਦੇ ਗਏ ਨੇ, ਤੁਹਾਤੋਂ ਪਹਿਲਾਂ ਉਹੀ ਤਾਂ ਬੈਠੇ ਸਨ। ਗੱਲਾਂ ਗੱਲਾਂ ਵਿੱਚ ਤਾਂ ਇਉਂ ਲੱਗਦਾ ਸੀ ਕਿ ਪਿੰਡ ਵੱਲ ਹੁਣ ਤੁਰਿਆ ਕਿ ਹੁਣ ਤੁਰਿਆ। ਪਿੱਠ ਪਿੱਛੇ ਖੜੀ ਦੌਲਤਾਂ ਸ਼ਾਇਦ ਤ੍ਰਿਪਤਾ ਤੇ ਸੁਲੱਖਣੀ ਨੂੰ ਦਿਲਾਸਾ ਦੇਣਾ ਚਾਹੁੰਦੀ ਸੀ। ਹੌਲੀ ਹੌਲੀ ਉਹ ਲੋਕ ਵੀ ਚਲੇ ਗਏ ਜੋ ਮਹਿਤਾ ਕਾਲੂ ਨੂੰ ਖੜੇ ਕੁਝ ਦੂਰੀ ਤੋਂ ਵੇਖ ਰਹੇ ਸਨ। ਕੁਝ ਦੇਰ ਬਾਬੇ ਕੋਲ ਬੈਠਾ ਬਾਲਾ ਆਪਣੇ ਖੇਤਾਂ ਵਿੱਚ ਕੰਮ ਕਰਨ ਚਲਾ ਗਿਆ। ਮਾਤਾ ਤ੍ਰਿਪਤਾ ਨੇ ਕਈ ਵਾਰੀ ਪਿੱਛੇ ਵੱਲ ਵੇਖਿਆ। ਫਿਰ ਜਦੋਂ ਸਭ ਦਿਸਣੋਂ ਹਟ ਗਏ ਤਾਂ ਮਰਦਾਨੇ ਦਾ ਗੱਲ ਤੋਰਨ ਨੂੰ ਜੀ ਕੀਤਾ। ਅੱਜ ਕੱਲ੍ਹ ਤਲਵੰਡੀ ਵਿੱਚ ਬੜਾ ਰੌਲਾ ਪਿਆ ਬਾਬਾ ਕਿ ਕਾਲੂ ਦਾ ਪੁੱਤ ਤਿਆਗੀ ਹੋ ਗਿਆ ਏ।
ਤਿਆਗ ਤਾਂ ਮਰਦਾਨਿਆਂ ਕੋਈ ਕੀਤਾ ਹੀ ਨਹੀਂ। ਜੋ ਆਪਣਾ ਨਹੀਂ ਸੀ ਉਹੀ ਛੱਡਿਆ। ਪਰ ਬਾਬਾ ਕੋਈ ਹੋਰ ਕਿਉਂ ਸਾਡੇ ਉੱਤੇ ਦਾਅਵਾ ਕਰਦਾ? ਫਿਰ ਉਸ ਦਾਅਵੇ ਤੋਂ ਅੰਦਰ ਪੀੜ ਕਿਉਂ ਹੁੰਦੀ ਏ, ਜਦੋਂ ਉਹ ਆਪਣਾ ਹੈ ਹੀ ਨਹੀਂ? ਜੋ ਆਪਣਾ ਨਹੀਂ ਹੈ ਉਸੇ ਤੋਂ ਤਾਂ ਪੀੜ ਹੁੰਦੀ ਏ, ਜੋ ਆਪਣਾ ਹੈ ਉਹ ਤੋਂ ਤਾਂ ਰਸ ਆਉਂਦਾ ਏ। ਬਾਬਾ, ਇਹਨਾਂ ਡੂੰਘਾਈਆਂ ਵਿੱਚ ਮੇਰਾ ਹਾਲੇ ਵੀ ਦਮ ਘੁੱਟਦਾ। ਮੈਂ ਤਲਵੰਡੀ ਤੋਂ ਮਸਾਂ ਨਿਕਲ ਕੇ ਆਇਆ। ਮੈਨੂੰ ਆਪਣੇ ਵਾਂਗ ਮੋਹ ਸਾਹਮਣੇ ਅੜ ਕੇ ਬੈਠਣ ਦੀ ਤਾਕਤ ਦੇ। ਮੈਨੂੰ ਮੋਹ ਦੇ ਢਾਂਸਿਆਂ ਤੋਂ ਬਿਨਾਂ ਤਲਵੰਡੀ ਵਿੱਚ ਘੁੰਮਣ ਦੇ ਸ਼ੌਕ ਸਿਖਾ ਦੇ ਬਾਬਾ। ਜਦੋਂ ਮਰਦਾਨੇ ਦੀ ਨਜ਼ਰ ਦੁਬਾਰਾ ਰਸਤੇ ਵੱਲ ਗਈ ਤਾਂ ਉਹਨੂੰ ਮਾਤਾ ਤ੍ਰਿਪਤਾ, ਸੁਲੱਖਣੀ ਤੇ ਦੌਲਤਾਂ ਵਾਪਸ ਪਿੰਡ ਵੱਲ ਜਾਂਦੀਆਂ ਦਿਸੀਆਂ। ਜੀ ਤਾਂ ਕਰਦਾ ਸੀ ਉਹ ਸਾਨੂੰ ਸੁਣਦੀਆਂ। ਅਜਿਹੀ ਕਿਹੜੀ ਐਨੀ ਉਦਾਸ ਕਰਨ ਵਾਲੀ ਗੱਲ ਸੁਣ ਲਈ ਕਿ ਜਾਣ ਲੱਗੀਆਂ ਦੱਸ ਕੇ ਵੀ ਨਹੀਂ ਗਈਆਂ ਸਨ। ਥੋੜ੍ਹੀ ਦੇਰ ਲਈ ਮਰਦਾਨੇ ਨੂੰ ਸਾਹਮਣੇ ਸਿਰਫ ਤਲਵੰਡੀ ਹੀ ਦਿਸਦਾ ਰਿਹਾ। ਇਹ ਮਾਵਾਂ ਦਾ ਪਿੰਡ ਸੀ। ਇਹ ਉਹਨੂੰ ਵੀ ਪਤਾ ਸੀ ਕਿ ਇਸ ਤਰ੍ਹਾਂ ਵਾਪਸ ਨਹੀਂ ਮੁੜ ਹੋਣਾ। ਹਾਲੇ ਰਬਾਬ ਘਰ ਪਈ ਸੀ। ਫਿਰ ਬਾਬੇ ਦੀ ਬਹੁਤ ਸਾਦੀ ਆਵਾਜ਼ ਸੁਣੀ, ਮਰਦਾਨਿਆਂ ਘਰ ਦੀ ਦੇ ਖਬਰਸਾਰ। ਅੱਬਾ ਦੇ ਅਗਲੇ ਦੰਦ ਟੁੱਟ ਗਏ, ਅੰਮੀ ਦੀ ਕਮਰ ਝੁਕ ਗਈ, ਬੇਗਮ ਦੀ ਦਾੜ ਦੁਖਦੀ ਸੀ, ਬੱਚੇ ਬੇਪਰਵਾਹ ਸਨ। ਇੱਕ ਵਾਰ ਫਿਰ ਤਲਵੰਡੀ ਵੱਲੋਂ ਘੋੜ ਸਵਾਰ ਆਉਂਦੇ ਦਿਸੇ। ਰਾਏ ਬੁਲਾਰ ਨਾਲ ਸਿਆਮਾ ਪੰਡਿਤ ਤੇ ਸੇਵਕ ਹਮੀਦਾ ਵੀ ਸੀ। ਇੱਕ ਵਾਰ ਫਿਰ ਰਾਏ ਬੁਲਾਰ ਨੇ ਝੁਕ ਕੇ ਸਲਾਮ ਕੀਤਾ। ਪੈਗੰਬਰਾਂ ਦੇ ਸਫ਼ਰ ਤਾਂ ਪਤਾ ਨਹੀਂ ਕਦੋਂ ਮੁੱਕਣਗੇ। ਇੱਕ ਅਰਜ਼ ਏ, ਜੇ ਇੱਕ ਵਾਰ ਮੇਰੇ ਘਰ ਚੱਲੋਂ ਤਾਂ। ਬਾਬੇ ਨੂੰ ਉੱਠਦਾ ਵੇਖ ਉਹ ਖਿੜਖੜਾ ਕੇ ਹੱਸ ਪਿਆ। ਜਾ ਓਏ ਸਾਮਿਆਂ, ਪਕਵਾਨ ਤਿਆਰ ਕਰਾ। ਚੱਲ ਹਮੀਦਿਆ ਤੂੰ ਵੀ ਨਾਲ, ਘੋੜੇ ਵੀ ਲੈ ਜਾਓ, ਮੈਂ ਪੀਰਾਂ ਦੇ ਪਿੱਛੇ ਪਿੱਛੇ ਆਉਣਾ ਏ। ਦੇਰ ਰਾਤ ਤੱਕ ਪਕਵਾਨ ਪੱਕਦੇ ਰਹੇ। ਬਾਬੇ ਦੇ ਕਹਿਣ ਤੇ ਪਿੰਡ ਦੇ ਕੰਮੀ ਕਮੀਣਾਂ ਨੂੰ ਸੱਦਾ ਦਿੱਤਾ ਗਿਆ। ਹਵੇਲੀ ਤੇ ਕਿਲੇ ਵਿੱਚ ਰੌਣਕਾਂ ਲੱਗ ਗਈਆਂ ਸਨ। ਮਹਿਤਾ ਕਾਲੂ, ਮਾਤਾ ਤ੍ਰਿਪਤਾ ਤੇ ਸੁਲੱਖਣੀ ਵੀ ਬੱਚਿਆਂ ਨਾਲ ਆਈ ਸੀ। ਇਸ ਜਸ਼ਨ ਵਿੱਚ ਵਾਰ-ਵਾਰ ਮਾਤਾ ਬਾਬੇ ਵੱਲ ਹੈਰਾਨਗੀ ਨਾਲ ਵੇਖਦੀ ਰਹੀ। ਉਹਦੇ ਭਗਵੇਂ ਕੱਪੜੇ ਤੇ ਨੂਰੋ ਨੂਰ ਚਿਹਰਾ। ਪੁੱਤ ਕਿਤੋਂ ਉਦਾਸ ਤਾਂ ਜਾਪਦਾ ਹੀ ਨਹੀਂ ਸੀ। ਮਰਦਾਨੇ ਨੇ ਵੀ ਅੰਮੀ ਨੂੰ ਆਪਣੇ ਪੂਰੇ ਪਰਿਵਾਰ ਨਾਲ ਕਤਾਰ ਵਿੱਚ ਬੈਠੇ ਖਾਂਦਿਆਂ ਵੇਖਿਆ। ਹਵੇਲੀ ਉੱਤੇ ਬਲਦੀਆਂ ਮਸ਼ਾਲਾਂ ਅੱਜ ਦੁੱਗਣੀਆਂ ਕਰ ਦਿੱਤੀਆਂ ਸਨ। ਉਹ ਚਿਹਰੇ ਵੀ ਜਿਹੜੇ ਯਾਦਾਂ ਵਿੱਚ ਕਿਤੇ ਭੁੱਲੇ ਵਿਸਰੇ ਸਨ, ਅੱਜ ਦੇ ਜਸ਼ਨ ਵਿੱਚ ਦੁਬਾਰਾ ਵੇਖ ਲਏ ਸਨ। ਜਦੋਂ ਮਰਦਾਨਾ ਵਾਪਸ ਆਇਆ ਤਾਂ ਅੰਮੀ ਨੇ ਆਪਣੀ ਮੰਜੀ ਅੰਦਰ ਖਿੱਚ ਲਈ ਸੀ। ਹਨੇਰੀ ਰਾਤ ਸੀ। ਉਂਝ ਵੀ ਇਹਨਾਂ ਘਰਾਂ ਵਿੱਚ ਦੀਵਾ ਬਹੁਤ ਥੋੜ੍ਹੀ ਦੇਰ ਲਈ ਬਲਦਾ ਸੀ, ਪਰ ਬੇਗਮ ਦੀਵਾ ਬਾਲ ਕੇ ਬੈਠੀ ਸੀ। ਦੀਵੇ ਦੀ ਉੱਠਦੀ ਲੋ ਬੇਗਮ ਦੇ ਸਾਹਾਂ ਨਾਲ ਪੱਤੇ ਵਾਂਗ ਹਿੱਲਦੀ। ਅੱਜ ਰਾਏ ਬੁਲਾਰ ਦਾ ਸਵਾਦੀ ਭੋਜਨ ਕਰਕੇ ਸਭ ਖੁਸ਼ ਸਨ। ਸ਼ਾਇਦ ਇਸੇ ਲਈ ਸੱਸ ਬਹੂ ਆਰਾਮ ਨਾਲ ਗੱਲਾਂ ਕਰ ਰਹੀਆਂ ਸਨ। ਦੌਲਤਾਂ ਦੱਸਦੀ ਸੀ, ਚੰਦੋ ਨਾਨਕੀ ਨੂੰ ਤੋਹਮਤਾਂ ਲਾ ਕੇ ਆਈਏ। ਹੋਰ ਕੀ ਕਵੇ ਉਹ, ਇੱਕੋ ਇੱਕ ਤਾਂ ਧੀ ਏ। ਬੇਗਮ ਦੀ ਆਵਾਜ਼ ਆਈ, ਅਖੇ ਜੇ ਤੈਨੂੰ ਪਤਾ ਸੀ ਤੇਰਾ ਭਾਈ ਸਾਧ ਏ, ਤੂੰ ਮੇਰੀ ਧੀ ਦਾ ਰਿਸ਼ਤਾ ਕਿਉਂ ਲੈ ਕੇ ਗਈ? ਠੀਕ ਕਿਹਾ। ਨਿੱਗਰ ਸਾਹਾਂ ਨਾਲ ਦੀਵੇ ਦੀ ਲਾਟ ਹੋਰ ਕੰਬੀ। ਪਰ ਉਹ ਵੀ ਮੇਰੇ ਪੁੱਤ ਵਾਂਗ ਨਾਨਕ ਦੀ ਹਮੈਤਣ ਏ। ਅਖੇ ਮੇਰਾ ਵੀਰ ਅਰਸ਼ਾਂ ਦਾ ਏ। ਹੁਣ ਘਰ ਵਾਲੇ ਨੂੰ ਤੀਵੀਆਂ ਨੇ ਤਾਰਿਆਂ ਵਾਂਗ ਤਾਂ ਦੂਰੋਂ ਵੇਖਣਾ ਨਹੀਂ। ਇਹ ਤਾਂ ਨਾਨਕੀ ਨੂੰ ਵੀ ਪਤਾ ਏ। ਅੰਮੀ ਥੋੜ੍ਹੀ ਦੇਰ ਲਈ ਚੁੱਪ ਕਰ ਗਈ ਸੀ। ਬਾਹਰ ਜਿਵੇਂ ਅੱਗੇ ਰੋਜ਼ ਹੁੰਦਾ, ਮਰਾਸੀਆਂ ਦੇ ਕਿਤੇ ਅਚਾਨਕ ਸ਼ੋਰ ਪਿਆ ਤੇ ਆਪ ਹੀ ਖਤਮ ਹੋ ਗਿਆ। ਥੋੜ੍ਹੀ ਦੇਰ ਬਾਅਦ ਉਹੀ ਗੁਸੈਲੀਆਂ ਆਵਾਜ਼ਾਂ ਠਹਾਕੇ ਲਾਉਂਦੀਆਂ ਸੁਣੀਆਂ। ਅੱਜ ਤਾਂ ਭਾਂਤ ਭਾਂਤ ਦੇ ਪਕਵਾਨ ਖਾਧੇ ਹੋਏ ਨੇ, ਅੱਜ ਨਹੀਂ ਮਰਾਸੀ ਬਹਿਸ ਦੇ ਚੰਗੇ ਲੱਗਦੇ। ਇਸ ਤੋਂ ਬਾਅਦ ਫਿਰ ਉੱਚੀ ਉੱਚੀ ਸਹਿਮਤੀਆਂ ਦੇ ਹਾਸੇ ਸੁਣੇ
ਬੇਗਮ ਨੇ ਨਿੱਕੇ ਨਿੱਕੇ ਸਾਹਾਂ ਨਾਲ ਬਿਸਤਰਾ ਵਿਛਾਇਆ ਜੋ ਆਏ ਗਏ ਲਈ ਰੱਖਿਆ ਸੀ। ਤੇਰਾ ਤਾਂ ਧੀ ਨੇ ਵੀ ਸਿਦਕ ਨਹੀਂ ਤੋੜਿਆ। ਕਦੇ ਕਾਕੋ ਨੂੰ ਯਾਦ ਕਰਿਆ? ਆ ਪਿਛਲੇ ਮਹੀਨੇ ਹੀ ਮਿਲ ਕੇ ਆਇਆ। ਤੇਰਾ ਕਿਵੇਂ ਜੀ ਕਰ ਗਿਆ? ਬਾਬੇ ਨੇ ਕਿਹਾ ਸੀ। ਯਕੀਨ ਨਹੀਂ ਆਉਂਦਾ, ਆਪ ਤਾਂ ਨਾਨਕ ਸਕਿਆਂ ਵੱਲ ਝਾਕਦਾ ਵੀ ਨਹੀਂ। ਅਸੀਂ ਬੀਬੀ ਨਾਨਕੀ ਦੇ ਪਿੰਡੋਂ ਸਿੱਧੇ ਕਾਕੋ ਵੱਲ ਹੀ ਗਏ ਸੀ। ਕੁਝ ਵਸਤਾਂ ਨਾਨਕੀ ਨੇ ਦੇ ਦਿੱਤੀਆਂ ਸਨ ਤੇ ਕੁਝ ਭਗੀਰਥ ਲਾਹੌਰੋਂ ਖਰੀਦ ਦਿੱਤੀਆਂ ਸਨ। ਕਾਕੋ ਖੁਸ਼ ਸੀ। ਤੂੰ ਚੰਗਾ ਕੀਤਾ ਪੁੱਤ। ਅੰਮੀ ਨੇ ਕਰਥਲ ਲੈ ਲਈ ਸੀ। ਟਿਕੀ ਰਾਤ ਵਿੱਚ ਦੂਰ ਕਿਤੇ ਤੀਮੀਆਂ ਦੇ ਗਾਉਣ ਦੀ ਆਵਾਜ਼ ਆ ਰਹੀ ਸੀ। ਕਿੰਨੀ ਦੂਰ ਏ ਕਾਂਸੀ ਤੇਰੀ ਪੰਡਤਾ, ਨੀ ਤੂੰ ਹੋਣੀਏ ਕਿਉਂ ਚਿਰ ਲਾਇਆ। ਫਿਰ ਮਰਦਾਨੇ ਦੇ ਗਲ ਵਿੱਚ ਪਾਏ ਤਵੀਤਾਂ ਦੀ ਆਵਾਜ਼ ਆਈ। ਪੈਣ ਲੱਗੇ ਤਾਂ ਇਹ ਲਾ ਦਿਓ। ਹੁਣ ਕਿਹੜੇ ਸਫ਼ਰਾਂ ਵਿੱਚ ਹੋ? ਸਵੇਰੇ ਇੱਥੇ ਹੀ ਪਏ ਮਿਲ ਜਾਣਗੇ। ਪਿੰਡ ਸੌਂ ਚੁੱਕਾ ਸੀ। ਬਾਹਰੋਂ ਕਦੇ ਕਦੇ ਠੰਡੀ ਠਾਰ ਹਵਾ ਅੰਦਰ ਆਉਂਦੀ। ਅੱਜ ਸਿਰ ਉੱਤੇ ਵੇਖਣ ਲਈ ਅਸਮਾਨ ਵੀ ਨਹੀਂ ਸੀ। ਕਿਤੇ ਨੇੜੇ ਹੀ ਇੱਕ ਨੰਨੇ ਜਿਹੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਇਹ ਉਹੀ ਰੋਣਾ ਸੀ ਜਿਸ ਬਾਰੇ ਬਾਬਾ ਅਕਸਰ ਮੁਸਕਰਾ ਕੇ ਕਹਿੰਦਾ ਸੀ, ਬੱਚਾ ਵਾਪਸ ਪ੍ਰੇਮ ਵਿੱਚ ਆਉਣ ਲਈ ਰੋਂਦਾ ਏ। ਤੀਜੇ ਪਹਿਰ ਦੀ ਧੁੱਪ ਦਾ ਪਰਛਾਵਾਂ ਜਦੋਂ ਥੋੜ੍ਹਾ ਠੰਡਾ ਹੋਣ ਲੱਗਿਆ ਤਾਂ ਮਰਦਾਨੇ ਨੇ ਵੇਖਿਆ ਬਾਬਾ ਹੱਸਦਾ ਹੋਇਆ ਅੰਦਰ ਆ ਰਿਹਾ ਸੀ। ਉਹਨੇ ਪੂਰਾ ਝੁਕ ਕੇ ਅੰਮੀ ਦੇ ਪੈਰੀਂ ਹੱਥ ਲਾਇਆ। ਵੇ ਤੁਸੀਂ ਤਾਂ ਦੋਵੇਂ ਲਿੱਸੇ ਹੋ ਗਏ ਹੋ। ਅੰਮੀ ਨੇ ਦੋਵੇਂ ਹੱਥ ਇਕੱਠੇ ਕਰਕੇ ਉਹਦੇ ਸਿਰ ਉੱਪਰ ਘੁਮਾਏ। ਬਾਬੇ ਨੇ ਘਰ ਦੀ ਇੱਕ ਇੱਕ ਚੀਜ਼ ਵੱਲ ਨਜ਼ਰ ਘੁਮਾਈ। ਉਹ ਬਿਲਕੁਲ ਅੰਮੀ ਕੋਲ ਸਾਹਮਣੇ ਜ਼ਮੀਨ ਉੱਪਰ ਬੈਠ ਗਿਆ। ਅੰਮੀ ਦੀ ਛੋਟੀ ਜਿਹੀ ਮੰਜੀ ਸੀ। ਦੂਜੇ ਬੰਦੇ ਲਈ ਜਗ੍ਹਾ ਹੀ ਨਹੀਂ ਸੀ। ਬੇ ਨਾਨਕਾ, ਤੂੰ ਤਾਂ ਮੇਰੇ ਮਰਦਾਨੇ ਨਾਲੋਂ ਵੀ ਝੱਲਾ ਏ। ਬਾਬੇ ਨੇ ਝੁੱਕ ਕੇ ਹੰਗਾਰਾ ਭਰਿਆ। ਅੰਮੀ ਨੇ ਲੰਬਾ ਸਾਹ ਭਰਿਆ। ਵੇ ਝੱਲਿਓ, ਸਾਰੀ ਦੁਨੀਆ ਦਾ ਫਿਕਰ ਚੁੱਕੀ ਫਿਰਦੇ ਹੋ, ਕਦੀ ਮਾਵਾਂ ਦਾ ਵੀ ਧਿਆਨ ਕੀਤਾ? ਅੰਮੀ, ਅਸੀਂ ਤਾਂ ਤੁਹਾਡੇ ਚਰਨਾਂ ਵਿੱਚ ਹਾਂ। ਤੁਸੀਂ ਤਾਂ ਨਜ਼ਰਾਂ ਵਿੱਚ ਵੀ ਨਹੀਂ ਰਹਿੰਦੇ ਪੁੱਤ। ਮਮਤਾ ਤੇ ਭਗਤਾਂ ਵਿੱਚ ਛਿੜੀ ਗੱਲਬਾਤ ਬਹੁਤ ਕੋਮਲ ਹੋ ਗਈ ਸੀ। ਮਰਦਾਨੇ ਦਾ ਜੀ ਕਰਦਾ ਸੀ ਦੋਵਾਂ ਦਾ ਸੰਵਾਦ ਜਾਰੀ ਰਵੇ। ਫਿਰ ਹੌਲੀ ਹੌਲੀ ਨਾਨਕ ਘਰ ਤੋਂ ਬਾਹਰ ਜਾਂਦਾ ਦਿਸਿਆ। ਅੰਮੀ ਦੀ ਭਾਵਕ ਆਵਾਜ਼ ਸੁਣੀ, ਇਸ ਤਰ੍ਹਾਂ ਜਾਂਦੇ ਪੁੱਤ ਮਾਵਾਂ ਨੂੰ ਕਦੇ ਨਹੀਂ ਪਾਉਂਦੇ। ਨੀਵੀਂ ਜਗਾਠ ਥੱਲੇ ਝੁਕਿਆ ਬਾਬਾ ਲੰਘਣ ਤੇ ਕਬੂਲਣ ਦੇ ਦੋਵੇਂ ਹੁੰਗਾਰੇ ਇੱਕੋ ਸਮੇਂ ਭਰ ਗਿਆ। ਸ਼ਾਮ ਵੇਲੇ ਅੱਜ ਕਈ ਸਾਲਾਂ ਬਾਅਦ ਅੰਮੀ ਨੂੰ ਮਸੀਤ ਤੇ ਮੰਦਰ ਅੱਗੇ ਗਾਉਣ ਦੀ ਆਵਾਜ਼ ਸੁਣੀ। ਤੁਰ ਤੁਰ ਕੇ ਸੁਣਦੇ ਪੀਰਨ ਪਿੰਜਾ ਤੇ ਭੰਗੀ ਆਪ ਮੁਹਾਰੇ ਬੋਲਦੇ ਸੁਣਦੇ। ਬਈ ਮੁੱਦਤਾਂ ਬਾਅਦ ਅੱਜ ਕਬੀਰ ਦੇ ਦੋਹੇ ਸੁਣੇ। ਛੋਟੀ ਜਿਹੀ ਕੰਧ ਉੱਪਰੋਂ ਅੰਮੀ ਨਜ਼ਰ ਮਾਰਦੀ। ਕੁਝ ਲੋਕ ਸੁਣ ਰਹੇ ਦਿਸਦੇ ਤੇ ਕੁਝ ਸੁਣ ਸੁਣ ਕੇ ਲੰਘਦੇ ਦਿਸਦੇ। ਤੁਸੀਂ ਨਹੀਂ ਪੁੱਤ ਬਿਲਕੁਲ ਵੀ ਬਦਲੇ। ਅੰਮੀ ਇਹ ਕਹਿ ਫਿਰ ਵਾਪਸ ਮੰਜੀ ਉੱਤੇ ਬੈਠ ਜਾਂਦੀ ਤੇ ਕੁਝ ਦੇਰ ਬਾਅਦ ਉੱਠ ਫਿਰ ਕੰਧ ਕੋਲ ਚਲੀ ਆਉਂਦੀ। ਜੇ ਭੰਗੀਆਂ ਕਮੀਣਾਂ ਲਈ ਹੀ ਗਾਉਣਾ ਸੀ ਤਾਂ ਇੱਥੇ ਤਲਵੰਡੀ ਵਿੱਚ ਬਥੇਰੇ ਨੇ, ਬਾਹਰ ਸਫ਼ਰਾਂ ਤੇ ਕਿਉਂ ਜਾਂਦੇ ਨੇ? ਬਹੂ ਦੀ ਆਵਾਜ਼ ਸੁਣ ਅੰਮੀ ਫਿਰ ਉੱਠ ਕੇ ਕੰਧ ਉੱਪਰੋਂ ਵੇਖਣ ਲੱਗੀ। ਲੈ, ਕਹਿਣ ਦੀ ਦੇਰ ਸੀ, ਆ ਜਾਂਦੇ ਨੇ ਦੋਵੇਂ ਚੰਦਰੀਏ। ਕਿਤੇ ਨਹੀਂ ਜਾਂਦੇ, ਹਾਲੇ ਕਾਸਾ ਘਰ ਹੀ ਪਿਆ। ਸਵੇਰ ਹਰੇਕ ਸਵੇਰ ਵਰਗੀ ਸੀ, ਪਰ ਅੱਜ ਅੰਦਰ ਵਿਛੋੜਾ ਸੀ। ਬੇਗਮ ਵੱਡੇ ਤੜਕੇ ਚੱਕੀਆਂ ਦੀ ਆਵਾਜ਼ ਨਾਲ ਜਾਗ ਪਈ ਸੀ। ਘਰ ਵਿੱਚ ਪਾਂਡੂ ਦੀ ਚੱਕੀ ਤੋਈ ਦੀ ਖੁਸ਼ਬੂ ਆ ਰਹੀ ਸੀ। ਜਦੋਂ ਉਹਨੇ ਰਬਾਬ ਕਿੱਲੇ ਤੋਂ ਉਤਾਰ ਪੰਡੋਕਲੀ ਤੇ ਰੱਖੀ ਤਾਂ ਬੇਗਮ ਨੇ ਅੱਖਾਂ ਅੱਗੇ ਹੱਥ ਰੱਖ ਲਏ। ਉਹਦੀ ਆਖਰੀ ਇੱਛਾ ਹੰਝੂਆਂ ਵਿੱਚ ਹੀ ਸੀ। ਇਹ ਅੱਖਾਂ ਇੱਕ ਹੀ ਤਰ੍ਹਾਂ ਦੇ ਅਥਰੂਆਂ ਤੋਂ ਜਾਣੂ ਸਨ। ਮਰਦਾਨਾ ਕੁਝ ਕਹਿਣ ਤੋਂ ਬਚ ਰਿਹਾ ਸੀ ਤੇ ਉਹ ਕੁਝ ਸੁਣਨ ਤੋਂ ਬਚ ਰਹੀ ਸੀ। ਫਿਰ ਮਰਦਾਨੇ ਨੇ ਇੱਕੋ ਮੰਜੀ ਤੇ ਪਏ ਸਾਜਦ ਵਾਜਦ ਦੇ ਸਿਰਾਂ ਉੱਤੇ ਹੱਥ ਫੇਰਿਆ। ਜਾਣ ਬਾਰੇ ਸੁਣ ਕੇ ਅੱਬਾ ਤਾਂ ਕਦੋਂ ਦਾ ਘਰੋਂ ਨਿਕਲ ਗਿਆ ਸੀ।
ਅੰਮੀ ਨੇ ਕੁਝ ਬਾਜਰੇ ਦੀਆਂ ਰੋਟੀਆਂ ਪੰਡੋਕਲੀ ਵਿੱਚ ਰੱਖ ਦਿੱਤੀਆਂ ਸਨ। ਫਿਰ ਉਹ ਕੰਬਦੇ ਸਰੀਰ ਨੂੰ ਸੰਭਾਲਦੀ ਉਹਦੀ ਬਾਂਹ ਫੜ ਕੇ ਲਿੱਪੀ ਹੋਈ ਜਗ੍ਹਾ ਕੋਲ ਲੈ ਗਈ। ਉਹਨੇ ਖਾਲੀ ਅਸਮਾਨ ਵੱਲ ਵੇਖਿਆ। ਬੀਤੀ ਰਾਤ ਜਿਸ ਜੁਗਤ ਨਾਲ ਅਸਮਾਨ ਨੇ ਤਾਰਿਆਂ ਨੂੰ ਸਾਂਭਿਆ ਸੀ, ਕੀ ਤਲਵੰਡੀ ਇਹਨੂੰ ਨਹੀਂ ਸੀ ਸਾਂਭ ਸਕਦੀ? ਮਰਦਾਨਾ ਇੱਕ ਟਿਕ ਕੋਲ ਖੜੀ ਅੰਮੀ ਵੱਲ ਵੇਖਦਾ ਰਿਹਾ। ਪੁੱਤ ਮਾਵਾਂ ਵੱਲ ਪੀਰਾਂ ਫਕੀਰਾਂ ਵਾਂਗ ਨਹੀਂ ਵੇਖੀਦਾ। ਜਾਣ ਲੱਗਿਆਂ ਤਾਂ ਪੁੱਤ ਦੀ ਝਲਕ ਵਿਖਾ ਜਾ। ਅੰਮੀ। ਇਸ ਲੰਬੀ ਲੈਅ ਵਿੱਚ ਉਹਨੇ ਪੁੱਤ ਹੋਣ ਦੀ ਧੁਨ ਪੂਰੀ ਕੀਤੀ। ਦੇਹਲੀ ਉੱਤੇ ਦੌਲਤਾਂ ਸੁਨੇਹਾ ਲੈ ਕੇ ਖੜੀ ਸੀ। ਉਹ ਤਾਂ ਖੂਹ ਤੇ ਪਹੁੰਚ ਵੀ ਗਏ ਨੇ। ਕਿੰਨੀ ਵਾਰ ਕਹਿਣ ਤੇ ਅੰਮੀ ਨੇ ਪੰਡੋਕਲੀ ਨਹੀਂ ਛੱਡੀ। ਕਈ ਵਾਰ ਮਰਦਾਨੇ ਕਿਹਾ ਵੀ, ਅੰਮੀ ਤੂੰ ਰਬਾਬ ਫੜ ਲੈ, ਇਹ ਹੌਲੀ ਏ। ਪਰ ਉਹ ਸਿਰ ਉੱਤੇ ਪੰਡੋਕਲੀ ਚੁੱਕ ਖੜੀ ਰਹੀ। ਅੰਮੀ ਦੇ ਕਹਿਣ ਤੇ ਵੀ ਅੱਲਾ ਰੱਖੀ ਨਾਲ ਨਹੀਂ ਤੁਰੀ। ਕੀ ਕਹਿਣਗੇ ਲੋਕ? ਮਾਂ ਤੇ ਬੇਗਮ ਪੁੱਤ ਨੂੰ ਬਰਾਗ ਲਈ ਛੱਡਣ ਚੱਲੀਆਂ। ਮਾਵਾਂ ਨੇ ਤਾਂ ਅੱਗੇ ਵੀ ਜੋਗੀ ਪੁੱਤ ਘਰੋਂ ਤੋਰੇ ਨੇ। ਮੈਥੋਂ ਨਹੀਂ ਇਹ ਹੋਣਾ। ਰੋਂਦੀ ਰੱਖੀ ਨੂੰ ਅੰਮੀ ਨੇ ਬਾਹੋਂ ਫੜ ਖੜਾ ਕਰ ਲਿਆ। ਘਰੋਂ ਬਾਹਰ ਨਿਕਲ ਮਰਦਾਨੇ ਨੇ ਇੱਕ ਵਾਰ ਫਿਰ ਮੰਦਰ ਤੇ ਮਸਜਿਦ ਨੂੰ ਚੰਗੀ ਤਰ੍ਹਾਂ ਵੇਖਿਆ। ਅੱਗੇ ਬਾਬੇ ਦੇ ਬਾੜੇ ਵਿੱਚ ਉਹਦੀ ਸਾਂਭੀ ਹਲ ਪੰਜਾਲੀ ਨਜ਼ਰ ਪਈ। ਇਹ ਤਲਵੰਡੀ ਨੂੰ ਛੱਡਣ ਵੇਲੇ ਉਦਾਸੀ ਚਿਹਰਿਆਂ ਤੋਂ ਉੱਠ ਕੇ ਜਗਾਵਾਂ ਕੋਲ ਕਿਵੇਂ ਪਹੁੰਚ ਜਾਂਦੀ ਏ। ਅੱਗੇ ਸੁਦੇ ਪੰਡਤ ਦੀ ਗਲੀ ਆ ਗਈ ਸੀ। ਗਲੀ ਸਿਰੇ ਤੱਕ ਖਾਲੀ ਪਈ ਸੀ। ਜੀ ਕਰਦਾ ਸੀ ਕੋਈ ਹੋਰ ਵੀ ਉਹਨੂੰ ਜਾਂਦੇ ਹੋਏ ਨੂੰ ਵੇਖੇ। ਅੰਮੀ ਨੇ ਮੋੜ ਕੇ ਦੋਵੇਂ ਬਾਹਾਂ ਸਿਰ ਉੱਪਰ ਦੀ ਪੰਡੋਕਲੀ ਉੱਤੇ ਰੱਖੀਆਂ ਸਨ। ਥੋੜ੍ਹੀ ਪਿੱਛੇ ਕਦੇ-ਕਦੇ ਬੇਗਮ ਦੀ ਸਿਸਕਣ ਦੀ ਆਵਾਜ਼ ਸੁਣਦੀ। ਅੱਗੇ ਪਿੰਡ ਤੋਂ ਬਾਹਰ ਨਿਕਲਦਾ ਰਸਤਾ ਦਿਸਣ ਲੱਗ ਪਿਆ ਸੀ। ਬੈਠੇ ਪੰਛੀਆਂ ਦਾ ਉਡਾਰੀ ਤੋਂ ਪਹਿਲਾਂ ਚਹਿਕਣਾ ਸੁਣਨ ਲੱਗਾ। ਜਾਪਿਆ ਤੁਰਿਆਂ ਕਈ ਪਹਿਰ ਬੀਤ ਗਏ ਨੇ। ਤਲਵੰਡੀ ਵਿੱਚ ਆ ਕੇ ਛਿਣ ਵੱਡੇ ਹੋ ਜਾਂਦੇ ਨੇ। ਬਾਬੇ ਨਾਲ ਵੀ ਘਰੋਂ ਕੋਈ ਬੰਦਾ ਨਹੀਂ ਸੀ ਆਇਆ। ਖੂਹ ਨਾਲ ਖੜੀ ਨਿੰਮ ਦੀ ਛਾਂ ਤੋਂ ਇੱਕ ਪਾਸੇ ਚੜ੍ਹਦੀ ਧੁੱਪ ਨਾਲ ਮਾਤਾ ਤ੍ਰਿਪਤਾ ਤੇ ਸੁਲੱਖਣੀ ਬੈਠੀਆਂ ਸਨ। ਉਹਨਾਂ ਪਿੱਛੇ ਦੌਲਤਾਂ ਖੜੀ ਸੀ। ਚੌਂਕੜੀ ਮਾਰ ਬੈਠਾ ਬਾਬਾ ਏਦਾਂ ਬੈਠਾ ਸੀ ਜਿਵੇਂ ਕਿਤੇ ਜਾਣਾ ਹੀ ਨਾ ਹੋਵੇ। ਜਦੋਂ ਉਹ ਪੁੱਜੇ ਉਦੋਂ ਤੱਕ ਮਾਤਾ ਤੇ ਸੁਲੱਖਣੀ ਸ਼ਾਇਦ ਆਖਰੀ ਕੋਸ਼ਿਸ਼ਾਂ ਕਰ ਬੈਠੀਆਂ ਸਨ। ਇਸੇ ਲਈ ਮਾਤਾ ਕਹਿ ਰਹੀ ਸੀ, ਤੂੰ ਕਿਸ ਦਾ ਭੁਲਾਵਾਂ ਏ ਪੁੱਤ? ਗੱਲ ਕਹਿ ਉਹ ਪੁੱਤ ਦੇ ਗਲ ਵਿਚਲੀ ਮਾਲਾ ਵਿੱਚ ਪਰੋਏ ਕਈ ਔਖੇ ਆਕਾਰਾਂ ਵੱਲ ਵੇਖਦੀ। ਤੂੰ ਦੱਸ ਤਾਂ ਸਹੀ, ਤੂੰ ਕਿਹੜੀ ਬੇੜੀ ਤਾਰਨੀ ਏ? ਫਿਰ ਨਾ ਚਾਹੁੰਦੇ ਹੋਏ ਵੀ ਉਹਦੇ ਪਹਿਰਾਵੇ ਵੱਲ ਨਜ਼ਰ ਮਾਰਦੀ। ਭਗਵੇਂ ਰੰਗ ਦਾ ਲੰਬਾ ਚੋਗਾ, ਲੱਕ ਦੁਆਲੇ ਚਿੱਟੀ ਪੇਟੀ, ਸਿਰ ਉੱਤੇ ਭਗਵੀਂ ਪੱਗ, ਮੱਥੇ ਤਿਲਕ, ਕਈ ਰੰਗਾਂ ਵਿੱਚ ਲਿਬੜਿਆ ਪੁੱਤ ਪਛਾਣਿਆ ਨਹੀਂ ਸੀ ਜਾ ਰਿਹਾ। ਤੂੰ ਬੁੱਲਾਂ ਨੂੰ ਖੇਚਲ ਤਾਂ ਦੇ ਪੁੱਤ, ਜੇ ਤੇਰਾ ਕੋਈ ਦੁੱਖ ਸੁਣ ਸਕਾਂ। ਮਰਦਾਨੇ ਨੂੰ ਅਸਮਾਨ ਉੱਤੇ ਹਲਕੇ ਹਲਕੇ ਉੱਡਦੇ ਬੱਦਲ ਦਿਸੇ। ਬਾਬੇ ਦੀ ਚੁੱਪ ਵੀ ਤਾਂ ਉੱਡਦੀ ਏ, ਜਿਵੇਂ ਬੱਦਲ ਪਾਣੀ ਨੂੰ ਸਾਂਭ ਸਾਂਭ ਉੱਡਦੇ ਰਹਿੰਦੇ ਨੇ। ਜਦੋਂ ਤੱਕ ਉਡਾਣ ਦੀ ਨਿਮਰਤਾ ਧਰਤੀ ਉੱਤੇ ਤਰਲ ਹੋ ਕੇ ਨਹੀਂ ਉਤਰਦੀ। ਵਿਛੜਿਆਂ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ। ਸਾਹਿਬ ਸੋ ਸਲਾਹੀਐ, ਜਿਨ ਕਰ ਦੇਖਿਆ ਖੇਲ। ਵਿਛੜਿਆਂ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ। ਸਾਹਿਬ ਸੋ ਸਲਾਹੀਐ, ਜਿਨ ਕਰ ਦੇਖਿਆ ਖੇਲ। ਵਿਛੜਿਆਂ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ। ਸਾਹਿਬ ਸੋ ਸਲਾਹੀਐ,
ਜਿਨ ਕਰ ਦੇਖਿਆ ਖੇਲ। ਅੱਜ ਬਾਬੇ ਨੇ ਮਾਂ ਸਾਹਮਣੇ ਬੈਠ ਕੇ ਪਹਿਲੀ ਵਾਰ ਗਾਇਆ। ਮਰਦਾਨੇ ਨੇ ਦੋ ਮਮਤਾਵਾਂ ਦਾ ਸਿਖਰ ਵੇਖਿਆ। ਆਮਣੇ ਸਾਹਮਣੇ ਕੋਈ ਦਾਵਾ ਵੀ ਨਹੀਂ ਸੀ, ਬਸ ਆਪੋ ਆਪਣੀ ਮਮਤਾ ਦਾ ਵੈਰਾਗ ਸੀ। ਜਿਸ ਤਰ੍ਹਾਂ ਚਿਹਰਿਆਂ ਤੇ ਵਿਛੋੜੇ ਦੀ ਸੁੰਦਰਤਾ ਸੀ, ਨਿਮਰਤਾ ਕਿਸੇ ਆਖਰੀ ਪੜਾਅ ਵੱਲ ਵਹਿ ਤੁਰੀ ਸੀ। ਬੇਵੱਸ ਸੀ ਤਾਂ ਰਬਾਬ ਮਾਂ ਨੂੰ ਗਾਵੇ ਜਾਂ ਗੁਰੂ ਲਈ ਧੁਨ ਕੱਢੇ। ਮਰਦਾਨੇ ਨੇ ਕਈ ਵਾਰ ਅੱਖਾਂ ਸਾਫ਼ ਕੀਤੀਆਂ। ਸਾਫ਼ ਅੱਖਾਂ ਵਿੱਚ ਬੈਠੀ ਅੰਮੀ ਤੇ ਬੇਗਮ ਵੀ ਦਿਸ ਪੈਂਦੀਆਂ। ਫਿਰ ਥੋੜ੍ਹੀ ਦੇਰ ਲਈ ਚੁੱਪ ਵਰਤ ਗਈ। ਬਾਬਾ ਚੁੱਪਚਾਪ ਉੱਠਿਆ। ਵੇਖਦਿਆਂ ਵੇਖਦਿਆਂ ਉਹਦਾ ਆਕਾਰ ਤੁਰਨਾ ਬਣ ਗਿਆ। ਫਿਰ ਉਹਦੇ ਪਿੱਛੇ ਤੁਰਿਆ ਜਾਂਦਾ ਮਰਦਾਨਾ ਦਿਸਿਆ। ਇੱਕ ਹੀ ਨਜ਼ਰ ਨਾਲ ਦੋ ਆਕਾਰਾਂ ਨੂੰ ਵੇਖਦੀਆਂ ਮਾਵਾਂ ਚੁੱਪ ਹੋ ਗਈਆਂ। ਫਿਰ ਤ੍ਰਿਪਤਾ ਨੇ ਮਰਦਾਨੇ ਨੂੰ ਆਪਣੇ ਪੁੱਤ ਦੇ ਨੇੜੇ ਹੁੰਦਾ ਵੇਖਿਆ। ਇੱਕ ਹੀ ਨਜ਼ਰ ਨਾਲ ਦੋਵਾਂ ਲਈ ਦੁਆ ਮੰਗੀ। ਪਿੱਠ ਪਿੱਛੇ ਵਸਦਾ ਤਲਵੰਡੀ ਸੀ। ਅੱਗੇ ਦੂਰ ਤੱਕ ਤਲਵੰਡੀ ਦੇ ਖੇਤਾਂ ਦੀ ਝਲਕ ਸੀ। ਫਿਰ ਦੋ ਆਕਾਰ ਹੌਲੀ ਹੌਲੀ ਖੇਤਾਂ ਵਿੱਚ ਲੰਘਦੇ ਦਿਸਣੋਂ ਹਟ ਗਏ। ਤ੍ਰਿਪਤਾ ਦਾ ਜੀ ਅੱਜ ਮਰਾਸੀਆਂ ਦੀ ਗਲੀ ਵਿੱਚ ਦੀ ਲੰਘਣ ਨੂੰ ਕੀਤਾ ਤੇ ਇਹ ਵੀ ਖਾਹਿਸ਼ ਜਾਗੀ ਕਿ ਉਸ ਛੋਟੇ ਘਰ ਦੀ ਦੇਹਲੀ ਅੱਗੇ ਜਾ ਕੇ ਕਬੂਲਾਂ। ਬੇਦੀਆਂ ਦੀ ਕੁੱਲ ਤੇਰੀ ਦੇਣ ਦਾ ਰੇ ਡੂਮਾ।